ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਬਦਸਤੂਰ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਅਸੀਂ ਵਾਪਸ ਨਹੀਂ ਪਰਤਾਂਗੇ। ਸਰਕਾਰ ਸੋਧਾਂ ਦੇ ਉੱਤੇ ਅੜੀ ਹੈ। ਇਸ ਨੂੰ ਲੈ ਕੇ ਅੱਜ ਵੱਡਾ ਦਿਨ ਅਤੇ ਇਤਿਹਾਸਿਕ ਦਿਨ ਹੋ ਸਕਦਾ ਹੈ, ਕਿਉਂਕਿ ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਇਸ ਮਾਮਲੇ ਦੇ ਵਿੱਚ। ਹਾਲਾਂਕਿ ਇਹ ਸੁਣਵਾਈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਨਹੀਂ ਹੈ, ਪਰ ਇਹ ਸੁਣਵਾਈ ਅੱਜ ਦੀ ਜੋ ਹੋਣ ਜਾ ਰਹੀ ਹੈ ਸੁਣਵਾਈ ਬਹੁਤ ਅਹਿਮ ਹੈ। ਇਹ ਸੁਣਵਾਈ ਖੇਤੀ ਅੰਦੋਲਨ ਦੇ ਉੱਤੇ ਹੋਣੀ ਹੈ, ਕਿਸਾਨੀ ਅੰਦੋਲਨ ਦੇ ਉੱਤੇ ਹੋਣੀ ਹੈ। ਜੋ ਅੰਦੋਲਨ ਲਗਾਤਾਰ ਵਰੂਹਾਂ ਦੇ ਉੱਤੇ ਦਿੱਲੀ ਦੀਆਂ ਤੇ ਚੱਲ ਰਿਹਾ ਹੈ ਤੇ ਇਸ ਅੰਦੋਲਨ ਨੂੰ ਚੁਕਵਾਉਣ ਦੇ ਲਈ ਬੀਤੇ ਦਿਨਾਂ ਦੇ ਵਿੱਚ ਇੱਕ PIL ਦਰਜ ਕਰਵਾਈ ਗਈ ਸੀ, ਜਿਸ PIL ਦੇ ਉੱਤੇ ਸੁਣਵਾਈ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਬੀਤੇ ਦਿਨਾਂ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ ਤੇ ਕੁਝ ਸਲਾਹਾਂ ਸਰਕਾਰ ਨੂੰ ਵੀ ਉਹਨਾਂ ਨੇ ਦਿੱਤੀਆਂ ਸੀ। ਸੋ ਹੁਣ ਅੱਜ ਦੀ ਸੁਣਵਾਈ ਦੇ ਉੱਤੇ ਨਿਗਾਹਾਂ ਰੱਖਾਂਗੇ, ਪਲ ਪਲ ਦੀ ਅਪਡੇਟ ਦੇ ਉੱਤੇ ਨਿਗਾਹਾਂ ਰੱਖਾਂਗੇ ਕਿ ਆਖਿਰਕਾਰ ਸੁਪਰੀਮ ਕੋਰਟ ਦੇ ਵੱਲੋਂ ਕੋਈ ਵੱਡਾ ਫੈਸਲਾ ਖੇਤੀ ਕਾਨੂੰਨਾਂ ਦੇ ਸਬੰਧ ਦੇ ਵਿੱਚ ਲਿਆ ਜਾਂਦਾ ਹੈ ਜਾਂ ਫਿਰ 15 ਤਰੀਕ ਦੀ ਜੋ 15 ਜਨਵਰੀ ਦੀ ਅਗਲੀ ਮੀਟਿੰਗ ਹੈ ਉਸ ਦੇ ਉੱਤੇ ਹੀ ਸਭ ਦੀ ਟੇਕ ਦੁਬਾਰਾ ਹੋਵੇਗੀ। ਸੋ ਅੱਜ ਦਾ ਦਿਨ ਕਿਸਾਨੀ ਅੰਦੋਲਨ ਦੇ ਇਤਿਹਾਸ ਦੇ ਵਿੱਚ ਵੱਡਾ ਦਿਨ ਹੋ ਸਕਦਾ ਹੈ। ਗਗਨ, ਮੈਂ ਇੱਥੇ ਸਮਝਦਾ ਜੀ ਜਿਹੜੀ 11 ਦੀ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਹੈਗੀ ਜੀ, ਉਹ ਇਹ 'ਚ ਆਪਾਂ ਕਨਫਿਊਜ਼ ਨਾ ਹੋਈਏ। ਇਹ ਜਿਹੜੀ ਆਪਣੇ 3 ਖੇਤੀ ਕਾਨੂੰਨ ਹੈ ਜੀ ਨਵੇਂ, ਉਹਨਾਂ 'ਤੇ ਨਹੀਂ ਹੈ ਜੀ, ਉਹਨਾਂ ਦੀ ਲੀਗੈਲਿਟੀ 'ਤੇ ਨਹੀਂ ਹੈ ਜੀ। ਇਹ ਜੋ ਸੁਣਵਾਈ ਹੈ ਉਸ ਰਿਟ 'ਤੇ ਹੈ ਜੀ, ਜਿਹੜੀ ਰਿਟ ਫਾਈਲ ਕੀਤੀ ਗਈ ਸੀ ਕਿ ਇਹ ਜਿਹੜਾ ਕਿਸਾਨਾਂ ਦਾ ਧਰਨਾ ਚੁਕਾਇਆ ਜਾਵੇ। ਅਤੇ ਕਿਸਾਨਾਂ ਨੇ ਹੁਣ ਕਿਸਾਨ ਜਿਹੜੇ ਆਗੂ ਹੈਗੇ ਉਹਨਾਂ ਨੇ ਵੀ ਕਿਹਾ ਕਿ ਵੀ ਅਸੀਂ ਦੇਖਾਂਗੇ ਕਿ ਵੀ ਅਸੀਂ ਜਿਹੜਾ ਹੈਗਾ ਇਹਦੀ ਲੀਗੈਲਿਟੀ ਦਾ ਮਸਲਾ ਜਿਹੜਾ ਹੈ ਉਹ ਅਸੀਂ ਸੁਪਰੀਮ ਕੋਰਟ 'ਚ ਨਹੀਂ ਲੈ ਕੇ ਜਾਣਾ, ਉਹ ਅਸੀਂ ਆਪਣੇ ਅੰਦੋਲਨ ਦੇ ਥਰੂ ਸਰਕਾਰ 'ਤੇ ਪ੍ਰੈਸ਼ਰ ਪਾ ਕੇ ਹੀ ਕਰਾਂਗੇ। ਦੇਖੋ, ਗੱਲ ਉੱਥੇ ਹੀ ਸ਼ੁਰੂ ਤੋਂ ਉੱਥੇ ਹੀ ਫਸ ਰਹੀ ਹੈ। ਦੋਨੋਂ ਧਿਰਾਂ ਉਸੇ ਸਟੈਂਡ 'ਤੇ ਕਾਇਮ ਨੇ ਆਪਣੀ ਉਸ 'ਤੇ ਕਿ ਵੀ ਕਿਸਾਨ ਆਗੂ ਕਹਿ ਰਹੇ ਨੇ ਕਿ ਵੀ ਅਸੀਂ ਬਿਨਾਂ ਧਰਨਾ ਚੁਕਾਏ ਵਾਪਸ ਬਿਨਾਂ ਜਿਹੜੇ ਹੈਗੇ ਵੀ ਕਾਨੂੰਨਾਂ ਦੇ ਵਾਪਸੀ ਤੋਂ ਬਿਨਾਂ ਅਸੀਂ ਪਿੱਛੇ ਨਹੀਂ ਮੁੜਨਾ ਹੈਗਾ। ਅਤੇ ਦੂਜੇ ਪਾਸੇ ਸਰਕਾਰ ਵਾਰ-ਵਾਰ ਉਹੀ ਮੰਗ ਕਹਿ ਰਹੀ ਹੈ ਕਿ ਆਪਣਾ ਸਟੈਂਡ ਦੁਹਰਾ ਰਹੀ ਹੈਗੀ ਕਿ ਵੀ ਅਸੀਂ ਸੋਧਾਂ ਕਰਨ ਨੂੰ ਤਿਆਰ ਹੈਗੇ। ਇੱਥੇ ਮੈਂ ਸਮਝਦਾ ਜੀ ਸੁਪਰੀਮ ਕੋਰਟ ਇਹ ਤਾਂ ਇੱਕ ਹੋ ਗਿਆ ਜੀ ਜਿਹੜੀ ਰਿਟ 'ਤੇ ਹੈਗੀ ਜੀ ਸੁਣਵਾਈ 11 ਤਰੀਕ ਨੂੰ। ਔਰ ਦੂਜੀ ਮੈਂ ਸੋਚਦਾ ਜੀ ਕਿਸਾਨਾਂ ਨੂੰ ਚਾਹੀਦਾ ਜੀ ਇਹ ਸੁਪਰੀਮ ਕੋਰਟ ਦਾ ਰਸਤਾ ਅਪਣਾਉਣ। ਅਗਰ ਸਰਕਾਰ ਦੇਖੋ ਇਹਨਾਂ ਦੀ ਸੁਣਨੀ ਨਹੀਂ ਹੈਗੀ, 45-46 ਦਿਨ ਹੋ ਗਏ ਹੈਗੇ ਔਰ ਕਿੰਨੇ ਕਿਸਾਨ ਜਿਹੜੇ ਹੈਗੇ ਆਪਣੀ ਜਾਨਾਂ ਗਵਾ ਚੁੱਕੇ ਹੈਗੇ ਨੇ ਜੀ, ਬਲੀਦਾਨ ਦੇ ਚੁੱਕੇ ਨੇ। ਅਤੇ ਮੈਨੂੰ ਲੱਗਦਾ ਹੈਗਾ ਵੀ ਹੁਣ ਅਗਰ ਇਹਨਾਂ ਕੋਲ ਰਸਤਾ ਇਹੀ ਰਹਿ ਗਿਆ ਜੀ, ਸੁਪਰੀਮ ਕੋਰਟ ਦੇ ਥਰੂ ਸਰਕਾਰ 'ਤੇ ਪ੍ਰੈਸ਼ਰ ਪਾਇਆ ਜਾਵੇ, ਇਹਨਾਂ 'ਤੇ ਸਟੇ ਲਿੱਤੀ ਜਾ ਸਕਦੀ ਹੈਗੀ। ਅਗਰ ਇਹਨਾਂ ਕੋਲ ਦੇਖੋ ਜੀ ਰਸਤਾ ਹੈਗਾ ਜੀ, ਅਪਣਾਉਣਾ ਚਾਹੀਦਾ ਹੈ। ਮੈਨੂੰ ਨਹੀਂ ਪਤਾ ਜੀ ਕਿ ਕਿਸਾਨ ਜਿਹੜੇ ਹੈਗੇ ਵੀ ਕਿਸ 'ਤੇ ਕੀ ਕਰਦੇ ਹੈਗੇ, ਕੀ ਅਗਲਾ ਇਹਨਾਂ ਦਾ ਸਟ੍ਰੈਟੇਜੀ ਕੀ ਹੁੰਦੀ ਹੈ। ਪਰ ਜਦੋਂ ਆਪਣੇ ਕੋਲ ਲੀਗਲ ਰੈਮੇਡੀ ਹੈ ਜੀ, ਇਹਨਾਂ ਨੂੰ ਅਪਰੋਚ ਕਰਨੀ ਚਾਹੀਦੀ ਹੈ। ਗਗਨ ਦੇਖੋ 8 ਦੌਰ ਦੀ ਮੀਟਿੰਗ ਹੋ ਚੁੱਕੀ ਹੈ ਜੀ। ਸਿਰਫ ਇੱਕ ਜਿਹੜੇ ਗੇਟ ਦੀ ਮੀਟਿੰਗ ਹੋਈ ਸੀ ਜੀ 29 ਜਿਹੜੀ ਦਸੰਬਰ ਦੀ, ਉਹਦੇ ਵਿੱਚ ਥੋੜ੍ਹੀ ਜਿਹੀ ਸਰਕਾਰ ਨੇ ਢਿੱਲ ਦਿਖਾਈ ਸੀ, ਜਿੱਥੇ ਇਹਨਾਂ ਦੀਆਂ 2 ਮੰਗਾਂ ਮੰਨੀਆਂ ਸੀਗੀਆਂ। ਉਹ ਹਾਲਾਂਕਿ ਵੱਡੀਆਂ ਨਹੀਂ ਸੀਗੀਆਂ। ਇਹਨਾਂ ਦਾ ਜਿਹੜਾ ਅਸਲੀ ਡਿਮਾਂਡ ਹੈਗੀ ਕਿਸਾਨਾਂ ਦੀ ਉਹ ਉੱਥੇ ਹੀ ਖੜੀ ਹੈਗੀ ਕਿ ਵੀ ਤਿੰਨੋਂ ਕਾਨੂੰਨ ਤੁਸੀਂ ਵਾਪਸ ਲਿਓ ਅਤੇ MSP 'ਤੇ ਕਾਨੂੰਨ ਬਣਾਓ। ਅਤੇ ਮੈਨੂੰ ਲੱਗਦਾ ਜੀ ਦੇਖੋ ਜਿਉਂ ਮੀਟਿੰਗਾਂ ਲੰਬੀਆਂ ਪਈ ਜਾ ਰਹੀਆਂ, ਕਿਸਾਨਾਂ ਦਾ ਵੀ ਸਬਰ ਦਾ ਜਿਹੜਾ ਹੈ ਜੀ ਉਹ ਪਹਿਲਾਂ ਭਰਦਾ ਜਾ ਰਿਹਾ ਹੈਗਾ। ਇਹਨਾਂ ਨੇ 26 ਜਨਵਰੀ ਦੇ ਟਰੈਕਟਰ ਰੈਲੀ ਵੀ ਪਲਾਨ ਕੀਤੀ ਹੈਗੀ ਜੀ। ਉਸ ਤੋਂ ਪਹਿਲਾਂ ਇਹਨਾਂ ਨੇ 7 ਜਨਵਰੀ ਨੂੰ ਜਿਹੜੀ ਰੈਲੀ ਕੱਢੀ ਸੀ ਟਰੈਕਟਰ ਰੈਲੀ, ਜਿਹਨੂੰ ਇਹ ਟ੍ਰੇਲਰ ਕਹਿੰਦੇ ਸੀਗੇ ਜੀ, ਬਹੁਤ ਹੀ ਪ੍ਰਭਾਵਸ਼ਾਲੀ ਸੀ ਜੀ। ਜਿਵੇਂ ਕਹਿੰਦੇ ਨਾ ਵੀ ਅਗਰ ਟ੍ਰੇਲਰ ਹਿੱਟ ਹੈ ਤਾਂ ਫਿਲਮ ਵੀ ਹਿੱਟ ਹੋਣ ਦੀ ਸੰਭਾਵਨਾ ਹੈ। ਤਾਂ ਮੈਂ ਪਹਿਲਾਂ ਵੀ ਕੀ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਜੀ ਵੀ ਮੈਂ ਨਹੀਂ ਚਾਹਾਂਗਾ ਜੀ ਆਪਾਂ ਨੂੰ ਉਹ ਫਿਲਮ ਦੇਖਣੀ ਪਵੇ, ਕਿਉਂਕਿ ਆਪਣਾ ਕਿਤੇ ਨਾ ਕਿਤੇ ਉਸ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕੋਈ ਕਿਸਾਨ ਪੱਖੀ ਹੱਲ ਕੱਢੇ। ਔਰ ਦੇਖੋ ਇੱਕ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਗਗਨ, ਹੁਣੀ 1-2 ਦਿਨ ਪਹਿਲਾਂ ਸਰਕਾਰ ਨੇ ਗਜਟ ਨੋਟੀਫਿਕੇਸ਼ਨ ਕੀਤਾ ਹੈਗਾ, ਸੈਂਟਰ ਦੀ ਸਰਕਾਰ ਨੇ। ਉਹ ਇੱਕ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਸ ਐਕਟ PCA ਕਹਿੰਦੇ ਜੀ ਜਿਹਨੂੰ, ਉਸ 'ਤੇ ਇਹਨਾਂ ਨੇ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਉੱਥੇ ਇਹਨਾਂ ਨੇ ਜਨਤਕ ਸਲਾਹਾਂ ਮੰਗੀਆਂ ਜੀ ਇਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਕਾਨੂੰਨ ਦੇ ਵਿੱਚ। ਉਹ ਦੇਖੋ ਉਸ ਕਾਨੂੰਨ ਦਾ ਆਮ ਜਨਤਾ ਦੇ ਨਾਲ ਇੰਨਾ ਜ਼ਿਆਦਾ ਹੈ ਨਹੀਂ ਜੀ ਰਾਬਤਾ ਜਿੰਨਾ ਇਹ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਦਾ ਹੈ। ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਸੀ ਜੀ ਉਸ ਤੋਂ ਪਹਿਲਾਂ ਹੀ ਮਤਲਬ ਕਿ ਜਿਹੜੇ ਇੰਨੇ ਵੱਡੇ ਕਾਨੂੰਨ ਲੈ ਕੇ ਆ ਰਹੇ ਆ ਇਹਨਾਂ ਨੂੰ ਜਨਤਕ ਸਲਾਹਾਂ ਮੰਗਣੀਆਂ ਚਾਹੀਦੀਆਂ ਸੀਗੀਆਂ ਜੀ। ਉਧਰ ਲਗਾਤਾਰ ਅੰਮ੍ਰਿਤਸਰ ਦੇ ਟੋਲ ਪਲਾਜ਼ਿਆਂ ਦੇ ਉੱਤੇ ਵੀ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰਦਰਸ਼ਨ ਹੈ। ਅਸੀਂ ਜਿਸ ਤਰ੍ਹਾਂ ਪ੍ਰਦਰਸ਼ਨ ਦੇ ਉੱਤੇ ਦੀਵਾਲੀ ਮਨਾਈ ਹੈ, ਪ੍ਰਦਰਸ਼ਨ ਦੇ ਉੱਤੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਏ ਨੇ, ਉਸੇ ਤਰ੍ਹਾਂ ਅਸੀਂ ਲੋਹੜੀ ਵੀ ਪ੍ਰਦਰਸ਼ਨਾਂ ਦੇ ਉੱਤੇ ਹੀ ਮਨਾਵਾਂਗੇ। ਅਸੀਂ ਜਿਹੜੀ
13 ਤਰੀਕ ਨੂੰ ਬਿੱਲ ਦੀਆਂ ਕਾਪੀਆਂ ਸਾੜਦੀਆਂ ਸਨ। ਉਹ ਅੱਜ ਅਸੀਂ ਨਿੱਜਰਪੁਰਾ ਟੋਲ ਪਲਾਜ਼ੇ ਦੇ 100 ਦਿਨ ਸਾਡਾ ਪੂਰਾ ਸੀ ਤੇ ਅੱਜ ਇਹਦੀਆਂ ਕਾਪੀਆਂ ਵੀ ਸਾੜੀ ਗਈਆਂ ਤੇ ਲੋਹੜੀ ਵੀ ਇੱਥੇ ਹੀ ਮਨਾਈ ਜਾਊਗੀ। ਮਨਾਉਣੀ ਕੀ ਆ, ਜਿੰਨਾ ਚਿਰ ਕਾਗਜ਼ ਰੱਦ ਨਹੀਂ ਹੁੰਦੇ। ਅੱਗੇ ਦੀਵਾਲੀ ਵੀ ਨਹੀਂ ਮਨਾਈ ਤੇ ਕੋਈ ਵੀ ਉਹਨਾਂ ਦਾ ਤਿਉਹਾਰ ਸਾਡੇ ਵਾਸਤੇ ਸਾਨੂੰ ਚੰਗਾ ਨਹੀਂ ਲੱਗਦਾ ਜਿੰਨਾ ਸਾਡੇ ਜ਼ਮੀਨਾਂ ਵਾਲੇ ਕਾਨੂੰਨ ਰੱਦ ਨਹੀਂ ਹੁੰਦੇ। ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸਰਕਾਰਾਂ ਦੇ ਪੈਂਤੜੇ ਵੀ ਵੱਖੋ ਵੱਖਰੇ ਨੇ। ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਅਤੇ ਭਾਜਪਾ ਦੇ ਵੱਲੋਂ ਇੱਕ ਵੱਡੀ ਮਹਾਪੰਚਾਇਤ ਹਰਿਆਣੇ ਦੇ ਵਿੱਚ ਬੁਲਾਈ ਗਈ ਸੀ, ਜਿੱਥੇ ਕਰਨਾਲ ਦੇ ਵਿੱਚ ਵੱਡਾ ਸਮਾਗਮ ਕਰਵਾਇਆ ਜਾਣਾ ਸੀ। ਇਸ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪਹੁੰਚਣਾ ਸੀ ਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਸਾਰੇ ਪ੍ਰਬੰਧ ਦੀ ਚਰਚਾ ਕਿਸਾਨਾਂ ਦੇ ਵਿੱਚ ਹੋਈ ਤੇ ਕਿਸਾਨ ਉੱਥੇ ਪਹੁੰਚ ਗਏ ਅਤੇ ਕਿਸਾਨਾਂ ਦੇ ਪਹੁੰਚਣ ਤੋਂ ਬਾਅਦ ਤੇਜ਼ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਕਿਸਾਨਾਂ ਨੇ ਮਨੋਹਰ ਲਾਲ ਖੱਟੜ ਦੇ ਲਈ ਬਣਾਏ ਗਏ ਹੈਲੀਪੈਡ ਤੱਕ ਨੂੰ ਪੱਟ ਦਿੱਤਾ, ਜਿਸ ਤੋਂ ਬਾਅਦ ਮਨੋਹਰ ਲਾਲ ਦਾ ਇਹ ਦੌਰਾ ਕੈਂਸਲ ਕਰ ਦਿੱਤਾ ਗਿਆ ਤੇ ਇਸ ਮਹਾਪੰਚਾਇਤ ਨੂੰ ਵੀ ਰੱਦ ਕਰ ਦਿੱਤਾ ਗਿਆ। ਪਹਿਲਾਂ ਉਹ ਤਸਵੀਰਾਂ ਵਿਖਾਵਾਂਗੇ ਕਿ ਕੁਝ ਉੱਥੇ ਵਾਪਰਿਆ ਤੇ ਉੱਥੇ ਪਹੁੰਚੇ ਕਿਸਾਨਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣਦੇ ਹਾਂ। ਉਧਰ ਹਰਿਆਣਾ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਵਪਾਰਕ ਭਾਈਚਾਰੇ ਦਾ ਨੁਕਸਾਨ ਹੋ ਰਿਹਾ। ਇਹਨਾਂ ਸਾਰੀਆਂ ਗੱਲਾਂ ਦੇ ਸਬੰਧ ਦੇ ਵਿੱਚ ਇੱਕ ਮਹਾਪੰਚਾਇਤ ਹਰਿਆਣੇ ਦੇ ਵਿੱਚ ਬੁਲਾਈ ਗਈ ਸੀ, ਜਿਸ ਮਹਾਪੰਚਾਇਤ ਦੇ ਵਿੱਚ ਬਾਅਦ ਦੇ ਵਿੱਚ ਪਹੁੰਚੇ ਕਿਸਾਨਾਂ ਨੇ ਇਸ ਮਹਾਪੰਚਾਇਤ ਨੂੰ ਰੱਦ ਵੀ ਕਰਵਾ ਦਿੱਤਾ। ਪਰ ਇਸ ਮਹਾਪੰਚਾਇਤ ਦੇ ਹੱਕ ਦੇ ਵਿੱਚ ਪਹੁੰਚੇ ਲੋਕਾਂ ਦਾ ਕੀ ਕੁਝ ਕਹਿਣਾ, ਉਹਨਾਂ ਦਾ ਪੱਖ ਵੀ ਜ਼ਰੂਰ ਸੁਣਾਵਾਂਗੇ। हमारा ग्रामीण क्षेत्र पूरी तरह से बर्बाद हो रहा है। पूरे पेट्रोल पंप, खोखे, गाड़ी वाले, मिस्त्री, चाय वाला, होटल वाला, जूती पॉलिश करने वाला, जितने भी हम मजदूर तबका इस हाईवे से कमा कर खा रहा है, वो 1 महीने से सब भूखे मर रहे हैं। ग्रामीण रास्तों से दुनिया भर की गाड़ियाँ निकलती है। छज्जे तोड़ दिए रास्तों में, मकानों के रास्ते टूट गए, खड्डे हो गए हमारे सारे रोडों में। अगर कोई बुजुर्ग, कोई जवान, कोई बीमार हो जाए, हम उसको डॉक्टर के नहीं ले जा सकते। किसी औरत के डिलीवरी है, हम उसको डॉक्टर के नहीं ले जा सकते। जाम है, चारों तरफ से हमारे रास्ते जाम हैं। गांव में ही गांव से बाहर निकलने के लिए आधा घंटा लग जाए। सारी गलियां जाम होती हैं। दुनिया भर का ट्रैफिक गाँव से निकल रहा है। सारे रोड टूट के सब बर्बाद है। अब हमने 2 घंटे का टाइम दे दिया, नहीं तो फिर किसान और हम आमने सामने होंगे। प्रशासन को कह दिया, किसानों को कह दिया। निर्णय अभी कुछ नहीं लिख रहे, उन्होंने टाइम मांगा 2 घंटे का, हम 2 घंटे में बता रहे हैं। बाकी हमारा एक छोटा सा गांव है जयसिंहपुर खेड़ा, जिसके अंदर सभी आदमी यहाँ के जो जितने भी रहने वाले हैं, इस रोड से ही उनकी आमद है, बाकी और कहीं से कुछ नहीं है। कम से कम 500 खोखे हैं, जिनके पर डे कम से कम लाख रुपए का नुकसान हो रहा है। और वो भी उन आदमी को हो रहा है जिन्हें जुत्ती बनानी है, कोई रिपेयरिंग का काम करता है, कोई कुछ करता है। उनके चूल्हे कहाँ से चले, जिनमें से हम भी है, जो हमारा बिल्कुल कोई काम नहीं। ट्रांसपोर्ट है, ट्रांसपोर्ट बिल्कुल ठप हो चुकी है। हमारा यहाँ का सभी काम ठप हो चुका है। ना तो कहीं कोटपुतली में किसी का असर है। पूरे राजस्थान बिल्कुल खुशहाली से अपने धंधा कर रहा है, बड़ी आराम से कर रहा है। हमारा पूरा हरियाणा क्षेत्रफल पूरा एकदम पति क्लियर है। क्या किसान भाइयों ने हमारे ही ऊपर क्यों ये अत्याचार किया हुआ है, जो यहाँ पे सब चीज़ हमारी ठप हो गया। ਉਧਰ ਕਿਸਾਨੀ ਅੰਦੋਲਨ ਨੂੰ ਲੈ ਕੇ ਦਰਜ ਕੀਤੀ ਗਈ PIL ਦੇ ਸਬੰਧ ਦੇ ਵਿੱਚ ਇੱਕ ਹਲਫਨਾਮਾ ਵੀ ਉਸੇ ਧਿਰ ਦੇ ਵੱਲੋਂ ਦਾਇਰ ਕੀਤਾ ਗਿਆ ਹੈ, ਜਿਸ ਧਿਰ ਨੇ ਇਹ PIL ਪਾਈ ਹੈ। ਉਸ ਧਿਰ ਦਾ ਕਹਿਣਾ ਹੈ ਕਿ ਖੇਤੀ ਅੰਦੋਲਨ ਦੇ ਚੱਲਦਿਆਂ ਬਹੁਤ ਵੱਡਾ ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਹੈ। ਇਸ ਨੂੰ ਲੈ ਕੇ ਇੱਕ ਹਲਫਨਾਮਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹੀ ਦਾਇਰ ਕੀਤਾ ਗਿਆ। ਕੀ ਕੁਝ ਕਹਿਣਾ ਉਸ ਵकील ਦਾ, ਉਹ ਸੁਣਦੇ हैं। मैं ओम प्रकाश परिहार, एडवोकेट ऑन रिकॉर्ड सुप्रीम कोर्ट। मैंने ऋषभ शर्मा की तरफ से एक याचिका सुप्रीम कोर्ट में किसान आंदोलन के लिए जो दायर की थी, उसकी सुनवाई 11 तारीख को सुप्रीम कोर्ट में चीफ जस्टिस बोबड़े के बेंच के सामने होनी है। और इस लिहाज से हमने पिटिशनर की तरफ से एक एफिडेविट फाइल किया है, जिसमें ये कोर्ट के सामने मुद्दे रखने की कोशिश की गई है कि किस तरह से किसान आंदोलन ने पब्लिक ऑर्डर का पालन ना करते हुए कई जगह पे उन्होंने नुकसान पहुंचाया है। जैसे कई जगहों पे उन्होंने मोबाइल टावर्स को तोड़े हैं और किसान आंदोलन बॉर्डर पे चलने की वजह से आवाजाही में कितने सिटीजन्स को तकलीफ़ हो रही है, उससे भी बताने की कोशिश की जा रही है। इन सब का हवाला हमने कई सारे मीडिया रिपोर्ट्स के ज़रिए दिया गया है, जो मीडिया रिपोर्ट भी हमने फ़ाइल किए हैं। और इस किसान आंदोलन के चलते कितना नुकसान हो रहा है रोज़मर्रा, ये भी जताने की कोशिश की है। ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਦੇ ਵੱਲੋਂ ਕਿਸਾਨ ਬਚਾਓ ਦੇਸ਼ ਬਚਾਓ ਮੁਹਿੰਮ ਦੇ ਤਹਿਤ ਇੱਕ ਵੱਡਾ ਜਨ ਸੰਬੋਧਨ ਕੀਤਾ ਗਿਆ, ਜਿੱਥੇ ਉਹਨਾਂ ਕਿਸਾਨੀ ਹੱਕ ਦੇ ਵਿੱਚ ਪ੍ਰਚਾਰ ਕੀਤਾ ਤੇ ਨਾਲ ਹੀ ਭਾਜਪਾ ਦੇ ਲਈ ਵੱਡੀ ਰਣਨੀਤੀ ਤਿਆਰ ਕਰਨ ਦੀ ਵੀ ਗੱਲ ਆਖੀ ਹੈ।
ਉਧਰ ਪੰਜਾਬ ਦੀ ਕੈਪਟਨ ਸਰਕਾਰ ਹੁਣ ਕੰਮਕਾਜ ਵਾਲੀਆਂ ਔਰਤਾਂ ਦੇ ਲਈ ਵੱਡੇ ਐਲਾਨ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਜਾ ਰਹੀ ਹੈ। ਕੈਪਟਨ ਸਰਕਾਰ ਦਾ ਆਖਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਮਕਾਰ ਕਰਨ ਵਾਲੀਆਂ ਔਰਤਾਂ ਦੇ ਲਈ ਸਹੂਲਤਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ। ਸਰਕਾਰ ਨੇ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਹੈ ਕਿ ਔਰਤਾਂ ਦੇ ਵਾਸਤੇ 33% ਰਿਜ਼ਰਵੇਸ਼ਨ ਦਾ ਜਿਹੜਾ ਫੈਸਲਾ ਲਿਆ ਹੈ ਔਰ ਇਹਦੇ ਬਾਰੇ ਚ ਨੋਟੀਫਿਕੇਸ਼ਨ ਵੀ ਹੋ ਗਿਆ ਹੈ। ਇੱਕ ਬਹੁਤ ਵੈਲਕਮਿੰਗ ਸਟੈਪ ਹੈ। ਮੈਂ ਸਮਝਦੀ ਹਾਂ ਕਿ ਜਿਵੇਂ ਹੁਣ 50,000 ਨੌਕਰੀਆਂ ਵਿੱਚ 33% ਆਬਜ਼ਰਵ ਹੋਏਗਾ ਜਾਂ ਉਸ ਤੋਂ ਬਾਅਦ ਇਹ ਸੈਕੰਡ ਫੇਜ਼ 'ਚ 50,000 ਫਿਰ ਗਵਰਨਮੈਂਟ ਜੌਬਸ ਆਉਣਗੀਆਂ। ਸੋ ਇਹਦੇ ਨਾਲ ਕਰਕੇ ਇੱਕ ਇਕੁਆਲਿਟੀ ਸਮਾਜ ਚਾਹੀਦੀ ਕਿ ਔਰਤਾਂ ਨੂੰ ਵੀ ਮੌਕਾ ਮਿਲੇਗਾ ਕਿ ਉਹ ਵੀ ਬਰਾਬਰ ਦੇ ਸ਼ਰੀਕ ਹਨ ਸਮਾਜ ਦੇ ਵਿੱਚ। ਜਿਵੇਂ ਕਿ ਕੈਪਟਨ ਸਾਹਿਬ ਨੇ ਆਂਦੇ ਹੀ ਇਹ ਫੈਸਲਾ ਲਿੱਤਾ ਸੀ ਕਿ ਪੰਚਾਇਤਾਂ ਦੇ ਵਿੱਚ 50% ਰਿਜ਼ਰਵੇਸ਼ਨ ਉਹਨਾਂ ਨੇ ਦਿੱਤੀ ਕਿ ਗ੍ਰਾਸ ਰੂਟ ਲੈਵਲ ਤੋਂ ਔਰਤਾਂ ਦੀ ਸ਼ਮੂਲੀਅਤ ਹਰ ਕੰਮ 'ਚ ਹੋਣੀ ਚਾਹੀਦੀ, ਚਾਹੇ ਉਹ ਪਿੰਡਾਂ ਦਾ ਵਿਕਾਸ ਹੋਵੇ, ਚਾਹੇ ਗਵਰਨਮੈਂਟ ਦੀਆਂ ਨੌਕਰੀਆਂ ਹੋਣ ਔਰ ਚਾਹੇ ਸ਼ਹਿਰਾਂ ਦੇ ਵਿੱਚ ਲੋਕਲ ਬਾਡੀਜ਼ ਦੇ ਵਿੱਚ ਵੀ 50% ਤੇ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ 50% ਔਰਤਾਂ ਨੂੰ ਵੀ ਮੌਕਾ ਦਿੱਤਾ ਜਾਏਗਾ ਤਾਂ ਕਿ ਹਰ ਤਰ੍ਹਾਂ ਨਾਲ ਔਰਤਾਂ ਦੇ ਵਿੱਚ ਵੀ ਅਵੇਅਰਨੈਸ ਕ੍ਰੀਏਟ ਹੋਵੇ ਔਰ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਵੀ ਬਰਾਬਰ ਦਾ ਅਸੀਂ ਫੈਸਲੇ ਜਿਹੜੇ ਨੇ ਉਹ ਕਰ ਸਕਦੇ ਹਾਂ। ਹਜੇ ਕਿਉਂਕਿ ਸਕੂਲ ਖੁੱਲੇ ਨਹੀਂ ਹੈ, ਆਂਗਨਵਾੜੀ ਸੈਂਟਰ ਖੁੱਲੇ ਨਹੀਂ ਹੈ, ਸੋ ਇਸ ਕਰਕੇ ਜਦ ਤੱਕ ਸਾਨੂੰ ਹੈਲਥ ਡਿਪਾਰਟਮੈਂਟ ਅਲਾਉ ਨਹੀਂ ਕਰੇਗਾ ਉਦੋਂ ਤੱਕ ਅਸੀਂ ਕੁਝ ਵੀ ਨਹੀਂ ਕਰ ਸਕਦੇ। ਆਂਗਨਵਾੜੀ ਹੈਲਪਰਸ ਦੀਆਂ ਕਿੰਨੀਆਂ ਪੋਸਟ ਖਾਲੀ ਹੈ, ਕਿਦੋਂ ਤੱਕ ਫਿਲਅਪ ਕੀਤੀਆਂ ਜਾ ਰਹੀਆਂ? ਫਿਜ਼ੀਕਲ ਵੈਰੀਫਿਕੇਸ਼ਨ ਹੈਲਪਰਸ ਦੀਆਂ ਕੋਈ ਹੈ ਡਾਟਾ? ਆਂਗਨਵਾੜੀ ਹੈਲਪਰਸ ਦੀਆਂ ਕਿੰਨੀਆਂ ਪੋਸਟ? ਪਰ ਇੱਕ ਗੱਲ ਮੈਂ ਕਿ ਜਿਹੜੀ ਉਹਨਾਂ ਦੀ ਫਾਈਨ ਟਿਊਨ ਕਰਨ ਵਾਲੀ ਸੀ ਉਹ ਅਸੀਂ ਕਰ ਲਈ ਹੈ। ਉਸੇ ਬਹੁਤ ਜਲਦ ਇਹ ਜਿਹੜੀਆਂ ਖਾਲੀ ਵੈਕੈਂਸੀਜ਼ ਨੇ ਇਹ ਭਰ ਤੁਸੀਂ ਮੈਮ ਵੈਕੈਂਸੀਜ਼ ਇਸ ਵੇਲੇ ਹੈਗੀਆਂ ਨੇ 806 ਆਂਗਨਵਾੜੀ ਵਰਕਰਸ, 41 ਮਿਨੀ ਆਂਗਨਵਾੜੀ ਵਰਕਰਸ ਔਰ 2853 ਆਂਗਨਵਾੜੀ ਹੈਲਪਰਸ। ਬਲਵੰਤ ਸਿੰਘ ਰਾਜੂਆਣਾ ਦਾ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਬਲਵੰਤ ਸਿੰਘ ਰਾਜੂਆਣਾ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਦੇਸ਼ ਦੀ ਸਰਵਉੱਚ ਅਦਾਲਤ ਦੇ ਵੱਲੋਂ 26 ਜਨਵਰੀ ਤੱਕ ਦਾ ਸਮਾਂ ਕੇਂਦਰ ਸਰਕਾਰ ਨੂੰ ਦਿੱਤਾ ਗਿਆ। ਦੱਸ ਦਈਏ ਕਿ ਰਾਜੂਆਣਾ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਰੋਕ ਲੱਗੀ ਸੀ, ਜਿਸ ਤੋਂ ਬਾਅਦ ਲਗਾਤਾਰ ਚਰਚਾਵਾਂ ਸੀ ਕਿ ਇਸ ਸਬੰਧ ਦੇ ਵਿੱਚ ਕੋਈ ਫੈਸਲਾ ਵੱਡਾ ਹੋਵੇਗਾ। ਪਰ ਹੁਣ ਦੇਸ਼ ਦੀ ਸਰਵਉੱਚ ਅਦਾਲਤ ਨੇ 26 ਜਨਵਰੀ ਤੱਕ ਇਸ ਦੇ ਵਿੱਚ ਫੈਸਲਾ ਲੈਣ ਨੂੰ ਆਖਿਆ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਸਜ਼ਾ ਘਟਾਉਣੀ ਆ ਤਾਂ ਜਲਦ ਤੋਂ ਜਲਦ ਕੇਂਦਰ ਸਰਕਾਰ ਇਸ ਦਾ ਕੋਈ ਫੈਸਲਾ ਲਵੇ ਤੇ 26 ਜਨਵਰੀ ਤੱਕ ਇਹ ਸਾਰੇ ਫੈਸਲੇ ਦੀ ਰਿਪੋਰਟ ਦੇਸ਼ ਦੀ ਸਰਵਉੱਚ ਅਦਾਲਤ ਦੇ ਕੋਲ ਪਹੁੰਚਣੀ ਚਾਹੀਦੀ ਹੈ। ਕੀ ਕੁਝ ਕਹਿਣਾ ਇਸ ਮਾਮਲੇ ਦੇ ਵਿੱਚ ਰਵਨੀਤ ਬਿੱਟੂ ਦਾ, ਕਿਉਂਕਿ ਰਵਨੀਤ ਬਿੱਟੂ ਦਾ ਸਿੱਧੇ ਤੌਰ ਦੇ ਉੱਤੇ ਬਲਵੰਤ ਸਿੰਘ ਰਾਜੂਆਣਾ ਕੇਸ ਦੇ ਨਾਲ ਸੰਬੰਧ ਵੀ ਹੈ। ਦੇਖੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਹੁਤ ਹੀ ਨਿੰਦਣਯੋਗ ਤੇ ਮੰਦਭਾਗੀ ਗੱਲ ਆ, ਜਿਹੜੀ ਬੀਜੇਪੀ ਦੀ ਤੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਦੀ ਸੱਜੀ ਬਾਂਹ ਜਿਹੜੇ ਰਸਤੋਗੀ ਸਾਹਿਬ ਨੇ, ਜਿਹੜੇ ਕਿ ਸੋਲਿਸਿਟਰ ਜਨਰਲ ਆਫ ਇੰਡੀਆ ਰਹੇ ਨੇ, ਉਹ ਕੋਰਟ 'ਚ ਜਾਂਦੇ ਆ ਸੁਪਰੀਮ ਕੋਰਟ ਚੀਫ ਜਸਟਿਸ ਦੇ ਮੂਹਰੇ ਤੇ 26 ਤਰੀਕ ਤੋਂ ਪਹਿਲਾਂ ਆਰਡਰ ਕਰਵਾਉਂਦੇ ਆ ਬਈ ਜਲਦੀ ਤੋਂ ਜਲਦੀ ਰਾਜੂਆਣੇ ਤੇ ਫੈਸਲਾ ਹੋਣਾ ਚਾਹੀਦਾ। ਕੋਈ ਨਹੀਂ ਪੁੱਛਦਾ 17 ਜਣਿਆਂ ਨੂੰ। ਡਾਕਟਰ ਜਿਹਦੇ ਸਾਲ ਵਿਆਹ ਨੂੰ ਹੋਇਆ, ਜਿਹਦੇ ਕਾਂਸਟੇਬਲ PSO ਜਿਹੜਾ ਸੀ ਉਹਦੇ ਕੁਝ ਮਹੀਨਿਆਂ ਦਾ ਬੱਚਾ ਸੀ, NSG ਵਾਲੇ, CRP ਵਾਲੇ, PA, ਉਹ 17 ਜਾਣਿਆਂ ਨੂੰ ਕੋਈ ਨਹੀਂ ਪੁੱਛਦਾ। ਸਿਰਫ ਸਿਆਸਤ ਬਈ ਜੇ 26 ਤੋਂ ਪਹਿਲਾਂ ਤੁਸੀਂ ਉਹਨੂੰ ਬਾਹਰ ਲੈ ਕੇ ਜਿਹੜਾ ਬ੍ਰਿਟਿਸ਼ ਦਾ ਪ੍ਰਾਈਮ ਮਿਨਿਸਟਰ ਉਹਦੇ ਤੋਂ ਉਹਨੂੰ ਚੀਫ ਗੈਸਟ ਬਣਾਉਣਾ, ਤੁਸੀਂ ਰਾਜੂਆਣੇ ਨੂੰ ਦੱਸੋ ਕੀ ਤੁਹਾਨੂੰ ਅੱਗ ਲੱਗੀ ਆ ਬਈ? ਤੁਸੀਂ ਸਿਰਫ ਕੀ ਸੋਚ ਆ ਇਹਦੇ ਪਿੱਛੇ? ਤੁਸੀਂ ਇਹਦੇ ਨਾਲ ਇਹ ਸੋਚ ਰਹੇ ਹੋ ਵੀ ਪੰਜਾਬ ਨੂੰ ਜਿਹੜਾ ਇਹ ਹਰ ਵੇਲੇ ਆ ਪਿਛਲੇ 4 ਮਹੀਨੇ ਦਾ ਐਜੀਟੇਸ਼ਨ ਚੱਲ ਰਿਹਾ ਫਾਰਮਰਸ, ਉਹਨੂੰ ਕਿਵੇਂ ਉਹਦਾ ਧਿਆਨ ਵੰਡੀਏ? ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਤੇ ਲਈ ਨਾ ਹੀ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।